अप्रैल के एंड च आंदा, लेकिन दूसरे सारे मुल्कां दे विच खासकर इंग्लैंड दे विच ईस्टर जिहड़ा शुरू हो गया। और कल तो असी गुड फ्राइडे जिन्हों वो दिन है जिदन के प्रभु यसू नूं सूली चढ़ाया जाता। और ये जिहड़ा दिन है ये क्रिश्चियन कैलेंडर दे विच मसीही लोकां लई बहुत महत्व दिन है। और इनू बहुत मनाया जाता, याद किया जाता। बहुत सारे चर्चिज दे विच बड़े मीटिंग्स हुंदे ने और प्रभु यसू की मौत नूं याद किया जाता। कल एक चर्च च मैं ज्वाइन कर रहा, उन्होंने नाल थोड़ा जिहा प्रचार कर रहा मैं। और प्रभु यसू ने सूली उत्ते 7 कलमे जिन्हों कहते हैं 7 सेइंग सीगियां उन्हां दे उत्ते बोलिया जाता। सो असी देखांगे अज भी प्रभु की जिहड़ी सूली आ उहदे तो की असी सिखने आ। और ना सिर्फ प्रभु यसू सूली उत्ते चढ़िया, बल्कि उन्हें सानू भी कहा कि तुसी भी अपनी सूली उठा के मेरे पिछे चलो। तो इसलिए ये जरूरी है कि मसीह हुंदे होए, क्रिश्चियन हुंदे असी जो भी काम करिए वो परमेश्वर वालों होना चाहिए। जदों असी मसीह बन जाते हैं, प्रभु यसू नूं अपना मुक्तिदाता मन लैंदे आ, ते साडा ये जोर हुंदा, साडी कोशिश हुंदी आ भी कुछ ना कुछ प्रभु दे वास्ते करिए। और कई बारी सानू मजबूरी हुंदी आ, कई बारी चर्च लीडर तुहाडे गल कुछ पा दिंदे आ, या कोई कह दिंदा कि तुसी यह काम कर लवो। तो कई बारी असी खुश हुंदे आ, कई बारी नहीं खुश हुंदे। और लेकिन बाइबल सानू ये कहंदी आ, मैं एक हवाला पढ़ना चाहना कुलसियों दा 3 चैप्टर ਉਹਦੀ 17 वर्ष ਦੇ ਵਿੱਚ ਲਿਖਿਆ। ਕੋਲੇਸ਼ੀਅਨ ਚੈਪਟਰ 3 वर्स 17। ਅਤੇ ਸਭ ਜੋ ਕੁਛ ਤੁਸੀਂ ਕਰੋ, ਭਾਵੇਂ ਵਚਨ ਭਾਵੇਂ ਕਰਮ, ਸਭ ਹੀ ਪ੍ਰਭੂ ਯਿਸੂ ਦੇ ਨਾਮ ਉੱਤੇ ਕਰੋ ਅਤੇ ਉਸ ਦੇ ਰਾਹੀਂ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ। ਯਾਨੀ ਵਾਟ ਐਵਰ ਯੂ ਡੂ, ਜੋ ਕੁਛ ਵੀ ਤੁਸੀਂ ਕਰਦੇ ਹੋ ਉਹ ਚਾਹੇ ਤੁਸੀਂ ਕੰਮ ਕਰੋ ਜਾਂ ਸ਼ਬਦਾਂ ਦੇ ਵਿੱਚ, ਹੈ ਨਾ, ਉਹ ਜ਼ਰੂਰੀ ਹੈ ਕਿ ਤੁਸੀਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਰੋ। ਇਹ ਜਿਹੜੀ ਇੱਕ ਕੰਮ ਕਰਨ ਦੀ ਜਾਂ ਸੇਵਾ ਕਰਨ ਦੀ ਸੱਚਾਈ ਆ, ਉਹ ਬਹੁਤ ਜ਼ਰੂਰੀ ਆ ਕਿ ਅਸੀਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਰੀਏ। ਅਗਰ ਕੋਈ ਗਾਣਾ ਗਾਉਂਦਾ, ਪ੍ਰਚਾਰ ਕਰਦਾ ਜਾਂ ਕੋਈ ਚਰਚ ਦਾ ਕੰਮ ਕਰਦਾ, ਬਿਲਡਿੰਗ ਵਰਕ, ਕੁਛ ਵੀ ਆ, ਕਈ ਖਾਣਾ ਬਣਾਉਂਦੇ ਨੇ, ਲੇਕਿਨ ਉਹ ਕਹਿੰਦਾ ਵੀ ਕਰੋ ਤੇ ਇਹ ਤੁਸੀਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਰੋ। ਔਰ ਪ੍ਰਭੂ ਯਿਸੂ ਦੇ ਨਾਮ 'ਚ ਜਦੋਂ ਅਸੀਂ ਕਰਨੇ ਆ, ਉਹਦਾ ਧੰਨਵਾਦ ਕਰਨੇ ਆ। ਔਰ ਉਹਦਾ ਧੰਨਵਾਦ ਵੀ ਪ੍ਰਭੂ ਯਿਸੂ ਦੇ ਰਾਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਉਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਸੋ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਵਚਨ ਜਾਂ ਕਰਮ ਦੇ ਵਿੱਚ ਕੋਈ ਕੰਮ ਕਰੀਏ, ਪ੍ਰਭੂ ਯਿਸੂ ਦੇ ਨਾਮ ਵਿੱਚ ਕਰੀਏ। ਔਰ ਜਦੋਂ ਅਸੀਂ ਕਰਨੇ ਆ, ਇਹਦਾ ਮਤਲਬ ਕਿ ਪ੍ਰਭੂ ਦੀ ਆਤਮਾ ਸਾਡੇ ਵਿੱਚ ਕੰਮ ਕਰ ਰਹੀ ਹੈ, ਕਿਉਂਕਿ ਪ੍ਰਭੂ ਯਿਸੂ ਸਾਡੇ ਵਿੱਚ ਰਹਿੰਦਾ ਹੈ। ਸੋ ਮਸੀਹੀ ਜ਼ਿੰਦਗੀ, ਕ੍ਰਿਸਚਨ ਲਾਈਫ ਜਿਹੜੀ ਆ ਉਹ ਵਚਨ ਦੀ ਹੈ ਤੇ ਕੰਮਾਂ ਦੀ ਹੈ। ਔਰ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਬਾਈਬਲ ਇਹ ਸਾਨੂੰ ਦੱਸਦੀ ਆ ਮੱਤੀ ਦੀ 5:16 ਦੇ ਵਿੱਚ ਕਿ ਤੁਸੀਂ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਚਮਕੇ ਤੇ ਤੁਹਾਡੇ ਚੰਗੇ ਕੰਮਾਂ ਨੂੰ, ਸ਼ੁਭ ਕਰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਦੇ ਵਿੱਚ ਹੈ ਉਹਦੀ ਮਹਿਮਾ ਹੋਵੇ। ਤੇ ਜਿਹੜਾ ਵੀ ਕੰਮ ਅਸੀਂ ਕਰਨੇ ਆ, ਖਾਸ ਕਰ ਜਦੋਂ ਸ਼ੁਭ ਕੰਮ ਕਰਨੇ ਆ, ਤੇ ਪਿਤਾ ਦੀ ਵਡਿਆਈ, ਉਹਦੀ ਮਹਿਮਾ ਹੁੰਦੀ ਹੈ। ਔਰ ਸਾਨੂੰ ਇਹ ਵੀ ਦੱਸਿਆ ਜਾਂਦਾ ਕਿ ਅਸੀਂ ਨਾ ਸਿਰਫ ਦਿਖਾਵੇ ਦੇ ਵਾਸਤੇ ਕਰੀਏ, ਬਲਕਿ ਪ੍ਰਭੂ ਦੇ ਵਾਸਤੇ ਕਰੀਏ। ਔਰ ਅੱਜ ਜਿਹੜੀ ਗੱਲ ਤੇ ਮੈਂ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਆ ਕਿ ਉਹ ਦਿਨ ਆ ਜਿੱਦਣ ਪ੍ਰਭੂ ਯਿਸੂ ਨੂੰ ਸੂਲੀ ਚੜਾਇਆ ਗਿਆ ਸੀ। ਔਰ ਜਿਹੜੀ ਕਿ ਪ੍ਰਭੂ ਯਿਸੂ ਦੀ ਉਸ ਵੇਲੇ ਸਰੀਰਕ ਹਾਲਤ ਸੀਗੀ ਉਹ ਬਹੁਤ ਮਾੜੀ ਸੀਗੀ, ਬਹੁਤ ਫਿਜ਼ੀਕਲੀ ਪ੍ਰਭੂ ਯਿਸੂ ਜਿਹੜਾ ਸੀਗਾ ਉਹ ਬਹੁਤ ਥੱਕ ਟੁੱਟ ਕੇ ਕਮਜ਼ੋਰ ਹੋ ਚੁੱਕਿਆ ਸੀ ਫਿਜ਼ੀਕਲੀ। ਇਸ ਗੱਲ ਦਾ ਧਿਆਨ ਰੱਖਣਾ ਸਰੀਰ ਦੇ ਵਿੱਚ। ਔਰ ਮੇਰੇ ਨਾਲ ਤੁਸੀਂ ਥੋੜੇ ਜਿਹੇ ਸ਼ਬਦ ਦੇਖ ਸਕਦੇ ਹੋ। ਅਗਰ ਤੁਸੀਂ ਅਜ਼ਾਇਆ 53 ਚੈਪਟਰ ਉਹਦੇ ਦੇਖੋ ਤੇ ਉਹਦੀ 53 ਚੈਪਟਰ ਦੀ 3 ਵਰਸ 'ਚ ਲਿਖਿਆ, ਉਹ ਤੁੱਛ ਅਤੇ ਮਨੁੱਖਾਂ ਵੱਲੋਂ
ਤਿਆਗਿਆ ਹੋਇਆ ਸੀ। ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ ਅਤੇ ਉਸ ਦੇ ਵਾਂਝੂ, ਜਿਸ ਤੋਂ ਲੋਕ ਮੂੰਹ ਲੁਕਾਉਂਦੇ ਹਨ, ਤੁੱਛ ਜਾਣਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਵਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਔਰ ਇਹ ਅੱਗੇ ਅਗਰ 2-4 ਵਰਸਿਸ ਹੋਰ ਪੜ੍ਹ ਲਈਏ, ਤਕਰੀਬਨ 10 ਵਰਸ ਤੱਕ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ। ਯਾਨੀ ਕਿ ਫਿਜ਼ੀਕਲੀ ਪ੍ਰਭੂ ਯਿਸੂ ਜਿਹੜਾ ਸੀ ਬਹੁਤ ਹੀ ਮਾੜੀ ਹਾਲਤ 'ਚ ਸੀ, ਦੁੱਖ ਦੇ ਵਿੱਚ ਸੀਗਾ। ਔਰ ਉਸ ਵੇਲੇ ਉਹਨਾਂ ਨੇ ਕੀ ਕੀਤਾ, ਜਿਹੜੇ ਸਿਪਾਹੀ ਸਨ ਜਾਂ ਜਿਹੜੇ ਲੋਕੀ ਸਨ ਜਿਹੜੇ ਉਹਨੂੰ ਸੂਲੀ ਲਈ ਲੈ ਕੇ ਜਾ ਰਹੇ ਸੀਗੇ, ਉਹਨੂੰ ਕੀ ਕੀਤਾ, ਅਸੀਂ ਮੇਰੇ ਨਾਲ ਤੁਸੀਂ ਚੱਲੋ ਹੁਣ ਮਰਕਸ ਦੀ ਅੰਜੀਲ ਦੇ ਵਿੱਚ, ਨਏ ਨਿਯਮ ਦੇ ਵਿੱਚ ਮਰਕਸ ਦੀ ਅੰਜੀਲ, ਅਗਰ ਤੁਸੀਂ ਲਿਖ ਰਹੇ ਹੋ ਜਾਂ ਪੜ੍ਹ ਰਹੇ ਹੋ ਤੇ ਇਹਨੂੰ ਨਾਲ ਨਾਲ ਦੇਖੀ ਚੱਲੋ, ਕਿਉਂਕਿ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਜੋ ਵੀ ਗੱਲ ਕਰਾਂ ਉਹ ਸ਼ਬਦ ਦੇ ਵਿੱਚੋਂ, ਬਾਈਬਲ ਦੇ ਵਿੱਚੋਂ ਕਰਾਂ। ਹਾਂਜੀ, ਮਰਕਸ ਦੀ ਅੰਜੀਲ ਦੇ ਵਿੱਚ ਇਸ ਤਰ੍ਹਾਂ ਲਿਖਿਆ 15 ਚੈਪਟਰ ਦੇ ਵਿੱਚ, ਇਹ ਪ੍ਰਭੂ ਯਿਸੂ ਨੂੰ ਲਈ ਜਾ ਰਹੇ ਨੇ ਸੂਲੀ ਚੜਾਉਣ ਦੇ ਵਾਸਤੇ। ਔਰ ਜਿਹੜੇ ਲੋਕੀ ਇਸਰਾਈਲ ਹੋ ਕੇ ਆਏ ਨੇ, ਉਹਨਾਂ ਨੇ ਉਹ ਦੇਖਿਆ, ਉਹ ਇੱਕ ਖਾਸ ਜਗ੍ਹਾ ਆ ਜਿੱਥੇ ਉਹਨੂੰ ਲੈ ਕੇ ਜਾਂਦੇ ਸੀਗੇ। ਇੱਕ ਗਲੀ ਆ ਜਿਹਨੂੰ ਡੈਲ ਰੋਜ਼ਾ ਕਿਹਾ ਜਾਂਦਾ, ਔਰ ਉੱਥੋਂ ਦੀ ਪ੍ਰਭੂ ਯਿਸੂ ਸੂਲੀ ਲੈ ਕੇ ਤੇ ਉਸ ਪਹਾੜ ਦੇ ਉੱਤੇ, ਜਿਹਨੂੰ ਕਿ ਗੁਲਗਤਾ ਜਾਂ ਖੋਪੜੀ ਦਾ ਪਹਾੜ ਕਿਹਾ ਜਾਂਦਾ। ਲੇਕਿਨ ਉਸ ਤੋਂ ਪਹਿਲੇ ਉਹਨਾਂ ਨੇ ਕੀਤਾ, ਮੇਰੇ ਨਾਲ ਦੇਖੋ ਤੁਸੀਂ ਮਰਕਸ ਦੀ ਅੰਜੀਲ ਉਹਦਾ 15 ਚੈਪਟਰ ਤੇ 20 ਵਰਸ ਦੇ ਵਿੱਚ ਲਿਖਿਆ, ਜਦ ਉਸ ਦੇ ਨਾਲ ਠੱਠਾ ਕਰਦੇ ਹਟੇ ਤਾਂ ਉਸ ਦੇ ਉੱਤੇ ਬੈਂਗਣੀ ਵਸਤਰ ਲਾ ਲਿਆ ਅਤੇ ਉਸ ਦੇ ਆਪਣੇ ਵਸਤਰ ਉਹਨਾਂ ਨੂੰ ਪਹਿਨਾ ਕੇ ਸਲੀਬ ਉੱਤੇ ਚੜਾਉਣ ਲਈ ਬਾਹਰ ਲੈ ਗਏ। ਹੁਣ ਉਹ ਪ੍ਰਭੂ ਯਿਸੂ ਨੂੰ ਲਈ ਜਾਂਦੇ ਨੇ, ਔਰ ਪ੍ਰਭੂ ਯਿਸੂ ਜਿਹੜਾ ਆ ਉਹ ਇੰਨਾ ਸਰੀਰ ਦੇ ਵਿੱਚ ਕਮਜ਼ੋਰ ਹੋ ਚੁੱਕਿਆ, ਉਹਨੂੰ ਮਾਰਿਆ ਗਿਆ, ਕੁੱਟਿਆ ਗਿਆ, ਉਹ ਭੁੱਖਾ ਸੀ ਔਰ ਉਹਨੂੰ ਰਾਤ ਸੌਣ ਵੀ ਨਹੀਂ ਦਿੱਤਾ। ਔਰ ਉਹ ਸੂਲੀ ਚੁੱਕ ਕੇ ਜਾ ਰਿਹਾ, ਉਹਦੇ ਕੋਲੋਂ ਸੂਲੀ ਚੁੱਕੀ ਨਹੀਂ ਜਾ ਰਹੀ। ਸੂਲੀ ਜਿਹੜੀ ਆ ਤਕਰੀਬਨ ਕਾਫੀ ਭਾਰੀ ਲੱਕੜ ਦੀ ਸੂਲੀ ਹੁੰਦੀ ਆ, ਮੈਨੂੰ ਨਹੀਂ ਖਿਆਲ, ਕਈ ਲੋਕਾਂ ਨੇ ਗੈਸ ਲਾਇਆ ਵੀ ਸ਼ਾਇਦ 40-50 ਕਿਲੋ ਦਾ ਭਾਰ ਹੁੰਦਾ ਹੋਏਗਾ। ਲੇਕਿਨ ਪ੍ਰਭੂ ਯਿਸੂ ਜਿਹੜਾ ਉਹ ਡਿੱਗ ਰਿਹਾ ਔਰ ਉਹਦਾ ਸਰੀਰਕ ਜਿਹੜਾ ਹਾਲ ਆ ਬਹੁਤ ਮਾੜਾ ਆ। ਤੇ ਉਹਨਾਂ ਨੇ, ਸਿਪਾਹੀਆਂ ਨੇ ਕੀ ਕੀਤਾ, 21 ਵਰਸ ਦਾ ਲਿਖਿਆ ਮਰਕਸ ਦੀ ਅੰਜੀਲ 15 ਚੈਪਟਰ ਦੀ 21 ਵਰਸ, ਉਹਨਾਂ ਨੇ ਸਿਕੰਦਰ ਅਤੇ ਰੂਫਸ ਦੇ ਪਿਓ ਸ਼ਮਾਉਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ, ਜਿਹੜਾ ਪਿੰਡੋਂ ਆਉਂਦਾ ਉੱਥੋਂ ਦੀ ਲੰਘਦਾ ਸੀ, ਬੇਗਾਰੇ ਫੜਿਆ ਕਿ ਉਹ ਸਲੀਬ ਚੁੱਕ ਕੇ ਲੈ ਜਾਵੇ। ਤੇ ਜਦੋਂ ਸਿਪਾਹੀਆਂ ਨੇ ਦੇਖਿਆ ਵੀ ਇਹ ਪ੍ਰਭੂ ਯਿਸੂ ਕੋਲੋਂ ਸਲੀਬ ਨਹੀਂ ਚੁੱਕੀ ਜਾ ਰਹੀ, ਉਹ ਵਿਚਾਰਾ ਡਿੱਗ ਰਿਹਾ, ਬੜੀ ਮੁਸ਼ਕਲ ਹੋ ਰਹੀ ਆ, ਉਧਰੋਂ ਟਾਈਮ ਵੀ ਨਿਕਲਦਾ ਜਾ ਰਿਹਾ, ਤੇ ਉਹਨਾਂ ਨੇ ਕੀਤਾ, ਇੱਕ ਬੰਦਾ ਜਿਹੜਾ ਲਾਗੋਂ ਦੀ ਲੰਘਦਾ ਪਿਆ ਸੀਗਾ ਜਿਹਦਾ ਨਾਮ ਸ਼ਮਊਨ ਆ, ਉਹਨੂੰ ਫੜ ਲਿਆ। ਔਰ ਇਹ ਬੰਦਾ ਜਿਹੜਾ ਆ ਇਹ ਲੀਬੀਆ ਦਾ ਰਹਿਣ ਵਾਲਾ ਸੀਗਾ, ਔਰ ਮੈਂ ਸੋਚਦਾ ਕਿ ਲੀਬੀਆ ਦਾ ਰਹਿਣ ਵਾਲਾ ਸੀ ਤੇ ਕਾਲਾ ਹੋਏਗਾ, ਕਿਉਂਕਿ ਬਾਈਬਲ ਦੇ ਵਿੱਚ ਇਹਦਾ ਜ਼ਿਕਰ ਆਇਆ, ਉਹਨੂੰ ਕਾਲਾ ਕਿਹਾ ਗਿਆ ਆ ਪ੍ਰੇਰਿਤਾਂ ਦੇ ਵਚਨ ਦੇ ਵਿੱਚ। ਖੈਰ ਜ਼ਰੂਰੀ ਨਹੀਂ ਹੈ। ਔਰ ਜਿਹੜੇ ਪੁਲਿਸ ਵਾਲੇ ਸੀ, ਉਹਨਾਂ ਨੇ, ਜਿਹੜੇ ਸਿਪਾਹੀ ਸੀ, ਉਹਨਾਂ ਨੇ ਦੇਖਿਆ ਵੀ ਇਹ ਬੰਦਾ ਬੜਾ ਅਜੀਬ ਜਿਹਾ ਹੈ, ਸ਼ਾਇਦ ਉਹਦੇ ਕੱਪੜੇ ਵੀ ਅਜੀਬ ਨੇ ਔਰ ਉਹ ਅਫਰੀਕਨ ਆ। ਉਹ ਆਇਆ ਤੇ ਉਹਨੂੰ ਫੜ ਲਿਆ, ਚੱਲ ਪਈ ਇੱਧਰ ਆ ਤੂੰ। ਹਾਂਜੀ, ਤੇ ਉਹਨੂੰ ਫੜ ਕੇ ਤੇ ਉਹਨੂੰ ਕਿਹਾ ਵੀ ਆ ਸਲੀਬ ਇਹਦੀ ਚੁੱਕ ਲਾ। ਤੇ ਉਹਨੇ ਵਿਚਾਰੇ ਨੇ ਡਰਦੇ ਮਾਰੇ ਜਾਂ ਕਿਸੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਦੀ ਸਲੀਬ ਜਿਹੜੀ ਸੀ ਚੁੱਕ ਲਈ। ਔਰ ਇੱਥੇ ਇੱਕ ਸ਼ਬਦ ਲਿਖਿਆ ਹੋਇਆ, ਬੇਗਾਰੇ ਫੜਿਆ, ਯਾਨੀ ਉਹਨੂੰ ਕੋਈ ਪੈਸਾ ਨਹੀਂ ਸੀ ਦੇਣਾ, ਕੁਛ ਨਹੀਂ ਸੀਗਾ। ਔਰ ਇੰਗਲਿਸ਼ ਦੀ ਬਾਈਬਲ ਦੇ ਵਿੱਚ ਲਿਖਿਆ ਉਹਨੂੰ ਕੰਪੈਲ ਕੀਤਾ, ਦੇ ਫੋਰਸਡ ਹਿਮ। ਲੱਗਦਾ ਪੰਜਾਬ ਪੁਲਿਸ ਆ, ਪੰਜਾਬ ਪੁਲਿਸ ਵਾਲਿਆਂ ਦਾ ਕੰਮ ਹੁੰਦਾ, ਓਏ ਇੱਧਰ ਆਓ ਭਈਆ, ਆ ਚੁੱਕ ਇਹਨੂੰ, ਹੈ ਜਿਹੜਾ ਮਾੜਾ ਬੰਦਾ ਹੋਇਆ ਉਹਨੂੰ ਸੱਦ ਕੇ ਦਬਕਾ ਮਾਰ ਕੇ ਵੀ ਚੁੱਕ ਲੈ ਇਹਨੂੰ ਸਮਾਨ। ਤਾਂ ਸਾਈਮਨ ਜਿਹੜਾ ਸੀ ਉਹ ਵਿਚਾਰਾ ਆਪਣੇ ਕੰਮ ਜਾ ਰਿਹਾ ਸੀ। ਕੰਮ ਕੀ ਕਰ ਰਿਹਾ ਸੀ, ਉਹ ਇੱਕ ਤੀਰਥ ਯਾਤਰਾ ਤੇ ਆਇਆ ਸੀ, ਲੀਬੀਆ ਤੋਂ ਆਇਆ ਸੀ, ਔਰ ਯਰੂਸ਼ਲਮ ਚ ਉਹਨੂੰ ਜਗ੍ਹਾ ਨਾ ਮਿਲੀ ਰਹਿਣ ਕਰਕੇ ਉਹ ਲਾਗਲੇ ਕਿਸੇ ਪਿੰਡ ਦੇ ਵਿੱਚ ਠਹਿਰਿਆ ਹੋਇਆ ਸੀ। ਔਰ ਜ਼ਰਾ ਹਿਸਾਬ ਲਾਓ ਵੀ
ਉਹ ਆਪਣਾ ਕੰਮ ਕਰਨ ਆਇਆ। ਜਦੋਂ ਅਸੀਂ ਕਿਸੇ ਤੀਰਥ ਯਾਤਰਾ ਤੇ ਜਾਂਦੇ ਆ, ਪਾਸਟ ਜਾਨੀ ਜਾ ਚੁੱਕੇ ਨੇ ਹੋਲੀ ਲੈਂਡ, ਮੈਂ ਵੀ ਜਾ ਚੁੱਕਿਆ ਇਜ਼ਰਾਈਲ, ਕਿੰਨਾ ਪੈਸਾ ਲੱਗਦਾ, ਕਿੰਨੀ ਮਿਹਨਤ ਹੁੰਦੀ ਆ, ਔਰ ਅਸੀਂ ਬੜੇ ਐਕਸਾਈਟਡ ਹੁੰਦੇ ਆ। ਔਰ ਇਸੇ ਤਰ੍ਹਾਂ ਸਾਈਮਨ ਜਿਹੜਾ ਸੀ ਉਹ ਬੜਾ ਆਨੰਦ ਦੇ ਵਿੱਚ ਖੁਸ਼ ਸੀਗਾ, ਔਰ ਉਹਨਾਂ ਨੇ ਉਹਨੂੰ ਫੜ ਲਿਆ। ਫੜ ਕੇ ਤੇ ਉਹਨੂੰ ਕੀ ਕੀਤਾ, ਉਹਦੀ ਸਲੀਬ ਜਿਹੜੀ ਸੀਗੀ ਉਹਨੂੰ ਚੁਕਾ ਦਿੱਤੀ। ਇਹ ਬੜੀ ਭਾਰੀ ਸਲੀਬ ਸੀ, ਔਰ ਸਾਈਮਨ ਦੇ ਵਾਸਤੇ ਇੱਕ ਬੜੀ ਮੁਸ਼ਕਲ ਹੋ ਗਈ, ਕਿਉਂਕਿ ਸਾਈਮਨ ਜਿਹੜਾ ਸੀ ਉਹ ਯਹੂਦੀ ਸੀ। ਹੋ ਸਕਦਾ ਪ੍ਰਭੂ ਯਿਸੂ ਦੇ ਬਾਰੇ ਉਹਨੇ ਸੁਣਿਆ ਹੋਏ, ਲੇਕਿਨ ਇਹ ਨਹੀਂ ਸੀ ਜਾਣਦਾ ਕਿ ਪ੍ਰਭੂ ਯਿਸੂ ਕੌਣ ਹੈ, ਮੁਕਤੀਦਾਤਾ ਕੌਣ ਹੈ। ਸੋ ਇੱਕ ਅਜਨਬੀ ਆਦਮੀ ਨੂੰ, ਜਿਹੜਾ ਕਿ ਲਾਗੋਂ ਦੀ ਐਵੇਂ ਲੰਘ ਰਿਹਾ ਸੀ, ਉਹਨੂੰ ਫੜ ਕੇ ਤੇ ਉਹਨਾਂ ਨੇ ਕੰਮ ਤੇ ਲਾਤਾ। ਔਰ ਉਹ ਹੋ ਸਕਦਾ ਇਸ ਕਰਕੇ ਉਹਨੂੰ ਫੜ ਲਿਆ ਹੋਏ ਸਿਪਾਹੀਆਂ ਨੇ, ਕਿਉਂਕਿ ਉਹਦਾ ਰੰਗ ਢੰਗ ਡਿਫਰੈਂਟ ਸੀ, ਕੱਪੜੇ ਵੀ ਫਰਕ ਪਾਏ ਸੀ, ਨਾ ਤਾਂ ਉਹ ਯਹੂਦੀ ਲੱਗਦਾ ਸੀ, ਨਾ ਉਹ ਰੋਮਨ ਲੱਗਦਾ ਸੀ, ਤੇ ਇਸ ਲਈ ਉਹਨਾਂ ਨੇ ਉਹ ਭਾਰ ਉਹਦੇ ਉੱਤੇ ਲੱਦ ਦਿੱਤਾ। ਔਰ ਜਿਸ ਤਰ੍ਹਾਂ ਮੈਂ ਦੱਸਣਾ ਕਿ ਸਾਈਮਨ ਸੋਚਦਾ ਹੋਏਗਾ ਵੀ ਯਾਰ ਇਹ ਪਤਾ ਨਹੀਂ ਕਿਹੜੀ ਮੁਸੀਬਤ 'ਚ ਮੈਨੂੰ ਪਾਤਾ, ਪ੍ਰਭੂ ਯਿਸੂ ਨੂੰ ਉਹ ਆਪਣਾ ਮੁਕਤੀਦਾਤਾ ਨਹੀਂ ਸੀ ਬਣਦਾ। ਸ਼ਾਇਦ ਉਹਨੇ ਉਹਦੇ ਬਾਰੇ ਸੁਣਿਆ ਹੋਏ। ਔਰ ਕਿਹਾ ਜਾਂਦਾ ਪ੍ਰਭੂ ਯਿਸੂ ਨੇ ਅਕਸਰ ਯਾਦ ਕਰਾਇਆ ਸਾਨੂੰ, ਅਗਰ ਮੱਤੀ ਦੇ 5 ਚੈਪਟਰ ਦੇ ਵਿੱਚ ਦੇਖੀਏ ਤੇ ਪ੍ਰਭੂ ਯਿਸੂ ਸਾਨੂੰ ਯਾਦ ਕਰਾਉਂਦਾ, ਉਹ ਕਹਿੰਦਾ ਕਿ ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਨਾ ਖਵਾਇਆ, ਮੈਂ ਤਿਹਾਇਆ ਸਾਂ ਤੁਸਾਂ ਮੈਨੂੰ ਨਾ ਪਿਆਇਆ, ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਦਾ ਨਾ ਉਤਾਰਿਆ, ਨੰਗਾ ਸਾਂ ਅਤੇ ਮੈਨੂੰ ਨਾ ਪਹਿਚਾਣਿਆ, ਰੋਗੀ ਅਤੇ ਕੈਦੀ ਸਾਂ ਤੁਸਾਂ ਮੇਰੀ ਖਬਰ ਨਾ ਕੀਤੀ। ਇਹ ਸਾਰੀ ਇੱਕ ਲਿਸਟ ਆ, ਯਾਨੀ ਕਿ ਪ੍ਰਭੂ ਯਿਸੂ ਕਹਿੰਦਾ ਵੀ ਜਿਹੜੇ ਲੋੜਵੰਦ ਲੋਕੀ ਨੇ, ਅਗਰ ਤੁਸੀਂ ਉਹਨਾਂ ਦੀ ਲੁੱਕ ਆਫਟਰ ਨਹੀਂ ਕਰਦੇ, ਉਹਨਾਂ ਦੀ ਦੇਖਭਾਲ ਨਹੀਂ ਕਰਦੇ, ਤੇ ਇਹਦਾ ਮਤਲਬ ਵੀ ਤੁਸੀਂ ਮੇਰੀ ਦੇਖਭਾਲ ਨਹੀਂ ਕਰ ਰਹੇ, ਮੇਰੇ ਵਾਸਤੇ ਨਹੀਂ ਕਰ ਰਿਹਾ। ਤੇ ਉਹ ਕਹਿਣਗੇ ਕਿ ਉੱਤਰ ਦੇਵੇਂਗੇ ਕਿ ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਹਨਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤੇ ਮੇਰੇ ਨਾਲ ਨਾ ਕੀਤਾ। ਹਾਂਜੀ, ਸਿੱਧੀ ਗੱਲ। ਸੋ ਜਦੋਂ ਵੀ ਕਿਸੇ ਨੂੰ ਹੈਲਪ ਦੀ ਲੋੜ ਆ, ਜਦੋਂ ਵੀ ਜ਼ਰੂਰਤ ਹੈ, ਇਹ ਜ਼ਰੂਰੀ ਹੈ ਕਿ ਅਸੀਂ ਉਹਦੀ ਲੋੜ ਨੂੰ ਦੇਖੀਏ ਔਰ ਉਹਨਾਂ ਨੂੰ ਪੂਰਾ ਕਰੀਏ। ਹਾਂਜੀ, ਅੱਗੇ ਚੱਲ ਕੇ ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਈਮਨ ਸੀਗਾ ਉਹ ਇੱਕ ਖਾਸ ਵਕਤ ਦੇ ਉੱਤੇ ਉੱਥੇ ਪਹੁੰਚਿਆ। ਇਹ ਜਿਹੜਾ ਵਕਤ ਸੀਗਾ ਉਹ ਆਇਆ ਤੇ ਸੀਗਾ ਉੱਥੇ, ਜਿਹਨੂੰ ਫਸਾ ਦੀ ਈਦ ਕਹਿੰਦੇ ਆ, ਪਾਸ ਓਵਰ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਔਰ ਕਾਫੀ ਮਿਹਨਤ ਕਰਕੇ ਫਸਾ ਦੀ ਉਸ ਈਦ ਨੂੰ ਮਨਾਉਣ ਵਾਸਤੇ ਆਇਆ ਸੀ। ਸਾਈਮਨ ਉੱਥੇ ਪਹੁੰਚ ਗਿਆ, ਲੇਕਿਨ ਹੋਇਆ ਕੀ ਕਿ ਜਿਹੜਾ ਕੰਮ ਉਹ ਕਰਨਾ ਚਾਹੁੰਦਾ ਸੀਗਾ, ਜਿਹੜੀ ਰਿਲੀਜੀਅਸ ਡਿਊਟੀ ਉਹ ਪੂਰੀ ਕਰਨਾ ਚਾਹੁੰਦਾ ਸੀ, ਉਹ ਪੂਰੀ ਨਾ ਹੋਈ। ਹਾਂਜੀ, ਜਿਹੜਾ ਕੰਮ ਉਹ ਕਰਨ ਵਾਸਤੇ ਆਇਆ ਸੀ ਉਹ ਨਾ ਹੋਇਆ। ਉਹ ਉੱਥੇ ਉਹਨੇ ਸ਼ਾਇਦ ਦੁਆ ਕਰਨੀ ਸੀ ਜਾ ਕੇ ਆਪਣੇ ਰਿਸ਼ਤੇਦਾਰਾਂ ਲਈ, ਆਪਣੇ ਭੈਣ ਭਰਾਵਾਂ ਲਈ, ਬੱਚਿਆਂ ਲਈ ਉਹ ਪ੍ਰਾਰਥਨਾ ਕਰਨ ਆਇਆ ਸੀ, ਲੇਕਿਨ ਉਹ ਨਾ ਹੋਇਆ। ਲੇਕਿਨ ਹੋਇਆ ਕਿ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਕੰਮ ਸਾਈਮਨ ਨੇ, ਸ਼ਮਾਉਨ ਨੇ ਕਰ ਦਿੱਤਾ। ਦੇਖੋ, ਸਿਰਫ ਇੱਕ ਬੰਦਾ ਹੀ ਹੋਇਆ ਹਿਸਟਰੀ ਦੇ ਵਿੱਚ, ਉਹ ਸ਼ਮਾਉਨ ਹੈ, ਜਿਹਨੇ ਪ੍ਰਭੂ ਦੀ ਸੂਲੀ ਚੁੱਕੀ। ਨਾ ਉਸ ਤੋਂ ਪਹਿਲੇ ਨਾ ਉਸ ਤੋਂ ਬਾਅਦ ਕੋਈ ਪ੍ਰਭੂ ਯਿਸੂ ਦੀ ਮਦਦ ਨਾ ਕਰ ਸਕਿਆ, ਕਿਉਂਕਿ ਇਹ ਜ਼ਰੂਰੀ ਆ। ਬਾਈਬਲ ਦੇ ਵਿੱਚ ਲਿਖਿਆ ਦਾ ਉਪਦੇਸ਼ ਦੀ ਪੋਥੀ ਦੇ ਵਿੱਚ ਕਿ ਹਰ ਵਕਤ ਦਾ, ਹਰ ਗੱਲ ਦਾ ਇੱਕ ਵਕਤ ਹੁੰਦਾ ਹੈ। ਅਗਰ ਸਾਈਮਨ ਉਸ ਵਕਤ ਤੋਂ ਪਹਿਲੇ ਉੱਥੋਂ ਲੰਘ ਜਾਂਦਾ ਤੇ ਨਹੀਂ ਸੀ ਗੱਲ ਬਣਨੀ, ਜਾਂ ਲੇਟ ਆਉਂਦਾ ਤਾਂ ਸ਼ਾਇਦ ਹੋਰ ਕਿਸੇ ਹੋਰ ਨੂੰ ਫੜ ਲੈਂਦੇ। ਸੋ ਇੱਕ ਪ੍ਰਭੂ ਦੇ ਠਹਿਰਾਏ ਹੋਏ ਟਾਈਮ ਦੇ ਨਾਲ ਸਾਈਮਨ ਉੱਥੇ ਪਹੁੰਚ ਗਿਆ। ਔਰ ਫਿਰ ਜਿਸ ਵੇਲੇ ਉਹਨੇ ਕੋਈ ਵੀ ਜਿਹੜਾ ਕੰਮ ਆ ਉਹ ਬਗੈਰ ਪਰਮੇਸ਼ਵਰ ਦੀ ਮਰਜ਼ੀ ਦੇ ਨਹੀਂ ਹੁੰਦਾ। ਹੋ ਸਕਦਾ ਸਾਈਮਨ ਨੂੰ ਇਹਨਾਂ ਗੱਲਾਂ ਦਾ ਪਤਾ ਹੋਵੇ ਔਰ ਉਹਨੇ ਆਪਣੇ ਆਪ ਨੂੰ ਸਬਮਿਟ ਕਰ ਦਿੱਤਾ ਹੋਵੇ ਕਿ ਅੱਜ ਪਰਮੇਸ਼ਵਰ ਦੀ ਇਹੋ ਹੀ ਮਰਜ਼ੀ ਆ
कि मैं प्रभु की सूली चुक लवा और मैं प्रभु की अज हैल्प कर देवां। कई बार असीं सोचने हाँ भी देखो जी मैं तो पार्टी ते जा रहा सी, मैं काम ते जा रहा सी, मैं ये काम कर रहा सी, लेकिन सानू कोई होर काम करना पै जाए तो असीं बड़े दुखी हुन्ने आ। मैं भी दुखी होऊंगा। मैं तो चलिया सी मीटिंग करान, मैं तो चलिया सी प्रचार करन किते, ते आह ते देखो जी होर ही मैनूं मुसीबत च पाती है। ਉਹ ਕੰਮ ਜਿਹੜਾ ਕਿ ਉੱਥੇ ਉਦਣ ਬੱਕਰੇ ਬਲੀਦਾਨ ਕੀਤੇ ਜਾਣੇ ਸੀਗੇ, ਫਸਾ ਦਾ ਮੇਲਾ ਹੋਣਾ ਸੀਗਾ, ਲੇਕਿਨ ਅਜੀਬ ਇਹ ਗੱਲ ਹੈ ਕਿ ਸਮਾਂ ਹੁਣ ਪਰਮੇਸ਼ਵਰ ਦੇ ਉਸ ਲੇਲੇ ਨੂੰ ਮਿਲ ਪਿਆ ਜਿਹੜਾ ਕਿ ਜਗਤ ਦੀ ਰਚਨਾ ਤੋਂ ਪਹਿਲੇ ਹੀ ਕੋਇਆ ਗਿਆ ਸੀ, ਉਹ ਠਹਿਰਾਇਆ ਗਿਆ ਸੀਗਾ। ਸੋ ਇਸ ਲਈ ਸਾਈਮਨ ਨੇ ਪ੍ਰਭੂ ਦੀ ਹੈਲਪ ਕੀਤੀ ਔਰ ਪਰਮੇਸ਼ ਬਜਾਏ ਆਮ ਲੇਲਿਆਂ ਦੇ ਉਹਨੇ ਪਰਮੇਸ਼ਵਰ ਦੇ ਲੇਲੇ ਦੇ ਨਾਲ ਉਹਦੀ ਸੂਲੀ ਚੁੱਕ ਲਈ ਜਿਹੜਾ ਕਿ ਸੰਸਾਰ ਦੀ ਰਚਨਾ ਤੋਂ ਪਹਿਲੇ ਹੀ ਕੋਇਆ ਗਿਆ ਸੀ। ਫਿਰ ਕੀ ਹੁੰਦਾ ਕਿ ਕਈ ਵਾਰੀ ਦੂਸਰੀ ਗੱਲ ਇਹ ਆ ਕਿ ਸਾਡਾ ਜਿਹੜਾ ਕੰਮ ਹੁੰਦਾ ਉਹਦੇ 'ਚ ਕੋਈ ਦਖਲ ਦੇ ਦਿੰਦਾ, ਯਾਨੀ ਕਿ ਕੋਈ ਅੜਚਨ ਪਾ ਦਿੰਦਾ। ਹਾਲੇਲੂਇਆ, ਹਾਲੇਲੂਇਆ। ਪਿਕਚਰ ਮੇਰੀ ਫਿਰ ਚਲੀ ਗਈ ਹੈ, ਪਤਾ ਨਹੀਂ। ਐਨੀਵੇ, ਸੁਣਾਈ ਦਿੰਦਾ? कैन यू हेयर मी? हाँ जी पास्टर जी सुनाई दिंदा। अच्छा ठीक है, ओके। हाँ, ते ਉਹ ਇੱਕ ਇਬਾਦਤ ਕਰਨ ਜਾ ਰਿਹਾ ਸੀਗਾ, ਚਰਚ 'ਚ ਗਿਆ ਸੀ, ਉਹਨੇ ਪੈਸਾ ਖਰਚਿਆ ਸੀ, ਉਹਨੇ ਬਹੁਤ ਮਿਹਨਤ ਕੀਤੀ ਸੀ ਤੇ ਉਹਦਾ ਧਿਆਨ ਕਿਸੇ ਹੋਰ ਪਾਸੇ ਲੱਗ ਗਿਆ, ਜਿਹਨੂੰ ਕਹਿੰਦੇ ਨੇ ਇੰਟਰਫੀਅਰ ਕਰ ਦਿੱਤਾ। ਫਿਰ ਜਿਸ ਤਰ੍ਹਾਂ ਮੈਂ ਕਿਹਾ ਕਿ ਹਾਲੇਲੂਇਆ, ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਬਲੀਦਾਨ ਕਰਨ ਦੀ ਬਜਾਏ ਜਿਹੜਾ ਪਰਮੇਸ਼ਵਰ ਵੱਲੋਂ ਲੇਲਾ ਸੀ ਉਹਨੂੰ ਮਿਲ ਪਿਆ। ਹਾਂਜੀ, ਸਾਡੇ ਕੋਲ ਇੱਕ ਬੜੀ ਅੱਛੀ ਕਹਾਣੀ ਹੈ ਜਿਹੜੀ ਕਿ ਇੱਕ ਸਾਮਰੀ ਔਰਤ ਦੀ ਆ, ਜਿਹੜਾ ਕਿ ਡਾਕੂਆਂ ਦੇ ਵਿੱਚ ਫਸ ਗਿਆ ਸੀ, ਜਿਹਦਾ ਜ਼ਿਕਰ ਲੂਕਾ ਦੀ 10 ਚੈਪਟਰ ਦੇ ਵਿੱਚ। ਤੇ ਜਿਸ ਵੇਲੇ ਉਸ ਬੰਦੇ ਨੂੰ ਚੋਰਾਂ ਨੇ ਮਾਰਿਆ, ਕੁੱਟਿਆ, ਖੋਹ ਖਿੰਝ ਕੇ ਲੈ ਗਏ ਉਹਦੇ ਕੋਲੋਂ ਤੇ ਉਹਨੂੰ ਰਾਹ 'ਚ ਸੁੱਟ ਗਏ। ਉਹ ਕਾਫੀ ਜ਼ਖਮੀ ਸੀਗਾ ਔਰ ਅਸੀਂ ਦੇਖਦੇ ਹਾਂ ਕਿ ਉੱਥੇ ਪਹਿਲੇ ਤਾਂ ਕਾਹਨ ਆਏ, ਯਾਜਕ ਆਏ, ਫਿਰ ਲੇਵੀ ਆਏ ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜਾ ਰਹੇ ਹਾਂ ਜੀ ਪ੍ਰਸਤਿਸ਼ ਕਰਨ, ਅਸੀਂ ਪ੍ਰਭੂ ਦੀ ਵਡਿਆਈ, ਅਸੀਂ ਮਹਿਮਾ ਕਰਨ ਜਾ ਰਹੇ ਹਾਂ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ। ਤੇ ਉੱਥੇ ਲਿਖਿਆ ਦਾ ਕਿ ਉਹ ਲਾਗੋਂ ਦੀ ਕਤਰਾ ਕੇ, ਯਾਨੀ ਕਿ ਲਾਗੋਂ ਦੀ ਲੰਘ ਕੇ ਚਲੇ ਗਏ। ਉਹਨਾਂ ਨੇ ਉਸ ਜ਼ਖਮੀ ਆਦਮੀ ਦੀ ਪਰਵਾਹ ਨਾ ਕੀਤੀ। ਖਾਸ ਕਰ ਜਿਹੜਾ ਯਾਜਕ ਸੀਗਾ, ਉਹਨਾਂ ਨੂੰ ਚਾਹੀਦਾ ਸੀ, ਉਹਦਾ ਤੇ ਕੰਮ ਸੀ, ਲੋਕਾਂ ਨੂੰ ਸਿਖਾਉਂਦੇ ਸੀਗੇ ਕਿ ਤੁਸੀਂ ਇੱਕ ਦੂਜੇ ਦੀ ਹੈਲਪ ਕਰੋ ਔਰ ਇੱਕ ਦੂਜੇ ਦਾ ਭਲਾ ਕਰੋ, ਲੇਕਿਨ ਬਜਾਏ ਇਹਦੇ ਕਿ ਉਹ ਕੁਛ ਕਰਨ ਦੇ, ਜਿਹੜਾ ਦੁਖੀ ਬੰਦਾ ਸੀ, ਜਿਹੜਾ ਕਿ ਜ਼ਖਮੀ ਸੀਗਾ, ਉਹਨੂੰ ਛੱਡ ਕੇ ਚਲੇ ਗਏ। ਸੋ ਅਸੀਂ ਕਈ ਵਾਰੀ ਆਪਣੇ ਧਾਰਮਿਕ ਕੰਮਾਂ ਦੇ ਵਿੱਚ ਇੰਨੇ ਰੁੱਝੇ ਹੁੰਦੇ ਆ ਕਿ ਲਾਗੇ ਚਾਗੇ ਕੋਈ ਕੰਮ ਕਿਸੇ ਦਾ ਭਲਾ ਕਰਨ ਲਈ ਤਿਆਰ ਨਹੀਂ। ਲੇਕਿਨ ਸਾਈਮਨ ਵੀ ਇੱਕ ਧਾਰਮਿਕ ਕੰਮ ਦੇ ਵਿੱਚ ਰੁੱਝਿਆ ਹੋਇਆ ਸੀ। ਉਹ ਹੈਕਲ ਦੇ ਵਿੱਚ ਜਾ ਰਿਹਾ ਸੀ ਔਰ ਜਿਸ ਤਰ੍ਹਾਂ ਮੈਂ ਦੱਸਿਆ ਵੀ ਕਾਫੀ ਦੂਰੋਂ ਆਇਆ ਸੀ, ਪੈਸਾ ਖਰਚ ਕਰਕੇ ਆਇਆ ਸੀ, ਬੜੀ ਮਿਹਨਤ ਕਰਕੇ, ਲੇਕਿਨ ਉਹਦੇ ਤੇ ਸੂਲੀ ਉਹਦੇ ਤੇ ਲੱਦ ਦਿੱਤੀ। ਇਸੇ ਤਰ੍ਹਾਂ ਹੀ ਉਹ ਜਿਹੜਾ ਇੱਕ ਬੰਦਾ ਜਿਹੜਾ ਸਮੈਰੀਟਨ ਸੀਗਾ, ਸਾਮਰੀ ਸੀਗਾ, ਉਹ ਵੀ ਸ਼ਾਇਦ ਆਪਣੇ ਕਿਸੇ ਕੰਮ ਜਾਂਦਾ ਹੋਏਗਾ ਔਰ ਉਹ ਮਾੜੀ ਜਾਤੀ ਦਾ ਬੰਦਾ ਸੀ। ਹਾਂਜੀ, ਜਿੱਦਾਂ ਸਾਡਾ ਖਿਆਲ ਹੁੰਦਾ ਨਾ, ਉਹ ਫਲਾਣਾ ਜੀ, ਘੁਮਿਆਰ ਜੀ, ਚੁਮਿਆਰ ਜੀ, ਇਹੋ ਜਿਹੇ ਲੋਹ ਜਾਤੀ ਦੇ ਲੋਕਾਂ ਨੂੰ ਅਸੀਂ ਕਈ ਵਾਰੀ ਚੰਗਾ ਨਹੀਂ ਸਮਝਦੇ। ਲੇਕਿਨ ਪ੍ਰਭੂ ਯਿਸੂ ਨੇ ਇਹ ਕਿਹਾ ਕਿ ਜਦੋਂ ਤੁਸੀਂ ਭਲਾ ਕਰਦੇ ਹੋ, ਕਿਸੇ ਦੀ ਜ਼ਾਤ ਪਾਤ ਦੇਖ ਕੇ ਨਹੀਂ, ਬਲਕਿ ਭਲਾਈ ਜਿਹੜੀ ਹੈ ਉਹ ਪ੍ਰਭੂ ਵੱਲੋਂ ਜਾਂ ਪਰਮੇਸ਼ਵਰ ਵੱਲੋਂ ਹੁੰਦੀ ਹੈ। ਸੋ ਉਸ ਬੰਦੇ ਨੇ ਕੀ ਕੀਤਾ, ਉਹ ਉੱਥੇ ਲਿਖਿਆ ਜਾ ਕਿ ਉਹਨੇ ਜਦੋਂ ਉਸ ਜ਼ਖਮੀ ਆਦਮੀ ਨੂੰ ਦੇਖਿਆ ਤੇ ਉਹ ਭੁੱਲ ਗਿਆ ਕਿ ਉਹ ਕਿੱਥੇ ਜਾ ਰਿਹਾ। ਹਾਲੇਲੂਇਆ, ਭੁੱਲ ਗਿਆ। ਔਰ ਉਹਨੇ ਲਿਖਿਆ ਕਿ ਉਹਦੇ ਵੱਲ ਦੇਖ ਕੇ ਉਹਨੇ ਤਰਸ ਖਾਧਾ ਔਰ ਉਹਦੇ ਤੇ ਉਹਨੇ ਤੇਲ ਲਾਇਆ, ਮੈਲ ਲਾਈ, ਉਹਦੀ ਪੱਟੀ ਬੰਨੀ, ਫਿਰ ਉਹਨੂੰ ਆਪਣੇ ਗਧੇ ਤੇ ਲੱਦ ਕੇ ਉਹ ਲੈ ਗਿਆ ਔਰ ਸਰਾਂ 'ਚ ਜਾ ਕੇ ਉਹਨੂੰ ਰੱਖਿਆ। ਤੇ
ਇਸੇ ਤਰ੍ਹਾਂ ਪ੍ਰਭੂ ਯਿਸੂ ਨੇ ਕਿਹਾ ਕਿ ਐਂਡ ਦੇ ਵਿੱਚ 10 ਚੈਪਟਰ ਦੀ 37 ਵਰਸ ਦੇ ਵਿੱਚ ਲਿਖਿਆ ਕਿ ਤੂੰ ਵੀ ਇਸ ਤਰ੍ਹਾਂ ਹੀ ਕਰ। ਸਾਨੂੰ ਇਹ ਹੁਕਮ ਦਿੱਤਾ ਪ੍ਰਭੂ ਯਿਸੂ ਨੇ ਕਿ ਅਸੀਂ ਇਹ ਕੰਮ ਕਰੀਏ ਜੋ ਪ੍ਰਭੂ ਨੇ ਸਾਡੇ ਸਾਹਮਣੇ ਲਿਆਂਦੇ ਨੇ। ਹੋ ਸਕਦਾ ਅਸੀਂ ਕਈ ਵਾਰੀ ਤਿਆਰੀ ਨਾ ਕਰੀਏ, ਲੇਕਿਨ ਇਹ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਲੋੜਵੰਦ ਨੂੰ ਦੇਖੀਏ ਉਹਨਾਂ ਦੀ ਸੇਵਾ ਕਰੀਏ। ਅੱਛਾ, ਹੁਣ ਅਗਲੀ ਗੱਲ ਹੈ ਕਿ ਉਹਦਾ ਐਟੀਟਿਊਡ ਕੀ ਸੀ, ਜਿਹਨੂੰ ਅਸੀਂ ਵਤੀਰਾ ਕਹਿੰਦੇ ਆ, ਰਵੱਈਆ ਕਹਿੰਦੇ ਆ। ਕੀ ਜਿਹੜਾ ਸ਼ਮਾਉਨ ਸੀਗਾ, ਉਹਨੇ ਦੁਖੀ ਹੋ ਕੇ ਸੂਲੀ ਚੁੱਕੀ? ਕੀ ਉਹਨੇ ਹੋ ਸਕਦਾ ਮਨ 'ਚ 2-4 ਗਾਲਾਂ ਵੀ ਕੱਢੀਆਂ ਹੋਣ? ਲੇਕਿਨ ਗੱਲ ਇਹ ਸਾਨੂੰ ਪਤਾ ਲੱਗਦੀ ਹੈ ਕਿ ਉਹਨੇ ਇੱਕ ਬੜੀ ਆਤਮਾ ਦੇ ਵਿੱਚ ਹੋ ਕੇ ਬੜੀ ਹੈਲਪ ਕੀਤੀ ਔਰ ਪ੍ਰਭੂ ਯਿਸੂ ਦੀ ਸੂਲੀ ਜਿਹੜੀ ਸੀ ਚੁੱਕ ਲਈ। ਨਾ ਪ੍ਰਭੂ ਯਿਸੂ ਦੀ ਸੂਲੀ ਜਿਹੜੀ ਆ ਉਹ ਚੁੱਕਣਾ, ਔਰ ਉਹਨੇ ਕਿਹਾ ਕਿ ਉੱਥੋਂ ਤੱਕ ਲੈ ਜਾਵਾਂਗਾ ਜਿੱਥੋਂ ਤੱਕ ਲੋੜ ਆ। ਇਹ ਨਹੀਂ ਕਿਹਾ ਚੱਲ ਯਾਰ ਥੋੜੀ ਜਿਹੀ ਮੈਂ ਚੁੱਕ ਲੈਣਾ ਤੇ ਥੋੜੀ ਜਿਹੀ ਤੂੰ ਚੁੱਕ ਲੈ, ਮੈਂ ਤੈਨੂੰ ਥੋੜਾ ਜਿਹਾ ਸਹਾਰਾ ਦੇ ਦੇਣਾ, ਅੱਧੇ ਰਾਹ ਮੈਂ ਲੈ ਜਾਂਦਾ। ਦੇਖੋ, ਇੱਕ ਗੱਲ ਧਿਆਨ ਰੱਖੋ, ਯਾਦ ਰੱਖੋ ਕਿ ਉਸ ਦਿਨ ਪ੍ਰਭੂ ਯਿਸੂ ਜਿਹੜਾ ਕਿ ਚਮਤਕਾਰ ਕਰਨ ਵਾਲਾ ਸੀ, ਮੁਰਦਿਆਂ ਨੂੰ ਜਿੰਦਾ ਕਰਨ ਵਾਲਾ ਸੀ, ਬਿਮਾਰਾਂ ਨੂੰ ਚੰਗਾ ਕਰਨ ਵਾਲਾ ਸੀਗਾ, ਉਹ ਇੱਕ ਫਿਜ਼ੀਕਲ, ਉਹਦੇ ਸਰੀਰ ਦੇ ਵਿੱਚ ਕਮਜ਼ੋਰੀ ਸੀ, ਉਹਨੂੰ ਲੋੜ ਸੀ ਔਰ ਜ਼ਰੂਰਤ ਹੈ ਕਿ ਉਹਦੀ ਹੈਲਪ ਕੀਤੀ ਜਾਵੇ। ਔਰ ਸਿਰਫ ਦੁਨੀਆ ਦੇ ਵਿੱਚ ਇੱਕ ਹੀ ਬੰਦਾ ਹੋਇਆ ਸ਼ਮਾਉਨ, ਜਿਹੜਾ ਕਿ ਜਿਹਨੂੰ ਆਖਿਆ ਗਿਆ, ਔਰ ਉਹਨੇ ਬੜੀ ਖੁਸ਼ੀ ਦੇ ਨਾਲ ਉਹਦੀ ਮਦਦ ਕੀਤੀ। ਮੈਂ ਸਮਝਦਾ ਕਿ ਉਹਦਾ ਜਿਹੜਾ ਉਹਦਾ ਫਲ ਆ ਉਹਨੂੰ ਬਹੁਤ ਅੱਛਾ ਮਿਲਿਆ ਹੋਵੇਗਾ। ਪ੍ਰਭੂ ਯਿਸੂ ਨੇ ਉਹਨੂੰ ਹਮੇਸ਼ਾ ਯਾਦ ਰੱਖਿਆ ਹੋਵੇਗਾ। ਬਾਈਬਲ ਨਹੀਂ ਦੱਸਦੀ, ਪਰ ਮੇਰੀ ਇਮੈਜੀਨੇਸ਼ਨ ਇਹ ਕੰਮ ਕਰ ਰਹੀ ਹੈ ਕਿ ਹੋ ਸਕਦਾ ਪ੍ਰਭੂ ਯਿਸੂ ਨੂੰ ਬਾਅਦ 'ਚ ਮਿਲਿਆ ਵੀ ਹੋਵੇ ਜਾਂ ਉਹਨੂੰ ਬਹੁਤ ਬਲੈਸ ਕੀਤਾ ਹੋਵੇ। ਔਰ ਬਾਈਬਲ ਸਾਨੂੰ ਇਹ ਸ਼ਬਦ ਦਿੰਦੀ ਆ, ਇਬਰਾਨੀਓ 32 ਦੀ 13, ਹੀਬਰੂ 13 ਉਹਦੀ 2 ਵਰਸ, ਇਬਰਾਨੀਓ ਇਸका ਹਾਂਜੀ 13 ਚੈਪਟਰ ਦੀ ਦੂਸਰੀ ਵਰਸ, ਪ੍ਰਾਹੁਣਚਾਰੀ ਕਰਨੀ ਨਾ ਭੁੱਲਿਓ, ਕਿਉਂ ਜੋ ਇਹ ਜੋ ਕਿੰਨਿਆਂ ਦੇ ਦੂਤਾਂ ਨੂੰ ਬਿਨ ਪਛਾਣੇ ਘਰ ਉਤਾਰਿਆ। ਯਾਨੀ ਕਿ ਵੈਲਕਮ ਕਰਨਾ, ਲੋਕਾਂ ਦੀ ਸੇਵਾ ਕਰਨਾ, ਉਹ ਕਹਿੰਦਾ ਵੀ ਨਾ ਭੁੱਲਿਓ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕਈਆਂ ਨੇ ਫਰਿਸ਼ਤਿਆਂ ਨੂੰ ਆਪਣੇ ਘਰ ਸੱਦ ਲਿਆ। ਅਸੀਂ ਇਹ ਕਹਾਣੀ ਜਾਣਦੇ ਹਾਂ ਜੈਨੇਸਿਸ 18:2 ਦੇ ਵਿੱਚ ਕਿ ਲੋਕਾਂ ਨੇ ਫਰਿਸ਼ਤਿਆਂ ਨੂੰ ਆਪਣੇ ਘਰ ਸੱਦ ਲਿਆ, ਕਿਉਂਕਿ ਪ੍ਰਾਹੁਣਚਾਰੀ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ। ਔਰ ਆਪਣੇ ਇੰਡੀਅਨ ਕਲਚਰ ਦੇ ਵਿੱਚ ਵੀ ਇਸ ਗੱਲ ਨੂੰ ਬਹੁਤ ਸਮਝਿਆ ਜਾਂਦਾ ਕਿ ਅਸੀਂ ਪ੍ਰਭੂ ਜਿਹੜੇ ਪ੍ਰਾਹੁਣੇ ਆ ਉਹਨਾਂ ਦੀ ਅਸੀਂ ਕਦਰ ਕਰੀਏ। ਔਰ ਇੱਕ ਮੇਰਾ ਖਿਆਲ ਆ ਵੀ ਇਹ ਸੰਸਕ੍ਰਿਤ ਦਾ ਸ਼ਬਦ ਆ ਅਤਿਥੀ ਉਹ ਭਾਵਾ, ਯਾਨੀ ਕਿ ਜਿਹੜਾ ਅਤਿਥੀ ਯਾਨੀ ਕਿ ਜਿਹੜਾ ਤੁਹਾਡਾ ਗੈਸਟ ਆ ਉਹ ਪਰਮੇਸ਼ਵਰ ਵਰਗਾ ਆ। ਸੋ ਚਲੋ ਖੈਰ ਬਹੁਤ ਜ਼ਿਆਦਾ ਗੱਲ ਵੱਧ ਗਈ ਆ। ਤੇ ਇਸ ਲਈ ਪ੍ਰਭੂ ਯਿਸੂ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਨੂੰ ਉਹਦਾ ਭਲਾ ਕਰਦੇ ਹੋ ਤੇ ਤੁਸੀਂ ਮੇਰੇ ਵਾਸਤੇ ਕਰਦੇ ਹੋ। ਸੋ ਉਸ ਵੇਲੇ ਸਾਈਮਨ ਨੇ ਇਹ ਨਹੀਂ ਸੋਚਿਆ ਵੀ ਕਿਹਦੇ ਲਈ ਕੀ ਕਰ ਰਿਹਾ, ਲੇਕਿਨ ਪ੍ਰਭੂ ਦੀ ਆਤਮਾ ਨੇ ਉਸ ਨੂੰ ਜੋ ਸਿਖਾਇਆ ਉਸ ਦੀ ਵਜ੍ਹਾ ਨਾਲ ਉਹਨੇ ਪ੍ਰਭੂ ਦੀ ਸੇਵਾ ਕੀਤੀ। ਔਰ ਫਿਰ ਅੱਗੇ ਚੱਲਦੇ ਆ ਕਿ ਇਹ ਸਭ ਕੁਝ ਕਰਨ ਦੇ ਨਾਲ ਕੀ ਹੋਇਆ ਕਿ ਸਾਈਮਨ ਜਿਹੜਾ ਆ, ਸ਼ਮਾਉਨ ਜਿਹੜਾ ਆ, ਇਹ ਇੱਕ ਅੱਛਾ ਕ੍ਰਿਸਚਨ ਬਣ ਗਿਆ, ਮਸੀਹ ਬਣ ਗਿਆ। ਅੱਗੇ ਬਾਈਬਲ ਦੇ ਵਿੱਚ 1-2 ਜਗ੍ਹਾ ਉਹਦਾ ਜ਼ਿਕਰ ਹੈਗਾ, ਐਕਸ 13:1 ਉਹਦੇ 'ਚ ਉਹਨੂੰ ਸਿੱਧਾ ਹੀ ਕਿਹਾ ਜਾਂਦਾ ਕਿ ਕਾਲਾ ਸ਼ਮਾਉਨ, ਜੋ ਕਾਲਾ ਥਾ। ਲੇਕਿਨ ਇਹ ਉਸ ਸਮੇਂ ਦੀ ਗੱਲ ਆ, ਕਾਲਾ ਹੋਏ ਚਿੱਟਾ ਹੋਏ, ਪ੍ਰਭੂ ਦੀ ਨਜ਼ਰਾਂ ਦੇ ਵਿੱਚ ਇਹ ਜਿਹੜੀ ਗੱਲ ਹੈ ਉਹ ਠੀਕ ਹੈ। ਔਰ ਮੈਂ ਇੱਕ ਗੱਲ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਮੈਂ ਸ਼ਾਇਦ ਪਹਿਲੇ ਵੀ ਦੱਸਿਆ ਕਿ ਜਦੋਂ ਮੈਂ ਨਵਾਂ ਚਰਚ 'ਚ ਆਇਆ ਤੇ ਮੇਰਾ ਨਾਮ ਲੈਤਾ ਜੀ ਤੂੰ ਟਰਾਂਸਲੇਸ਼ਨ ਕਰਿਆ ਕਰ, ਤੇ ਮੈਂ ਥੋੜੇ ਦਿਨ ਦੁਖੀ ਸੀ।
ਲੇਕਿਨ ਉਸ ਦੇ ਬਾਅਦ ਮੈਨੂੰ ਟਰਾਂਸਲੇਸ਼ਨ ਕਰਨ ਦਾ ਬੜਾ ਅੱਛਾ ਸ਼ੌਕ ਪੈ ਗਿਆ ਔਰ ਮੈਂ ਜਿੱਥੇ ਵੀ ਇਹ ਸਾਰੇ ਇੰਗਲੈਂਡ ਦੇ ਵਿੱਚ ਕੋਈ ਕਾਨਫਰੰਸ ਕੋਈ ਕਨਵੈਨਸ਼ਨ ਹੋਣੀ ਕੁਛ ਤੇ ਉੱਥੇ ਮੈਨੂੰ ਟਰਾਂਸਲੇਸ਼ਨ ਨਹੀਂ ਸੱਦਿਆ ਜਾਂਦਾ ਸੀ, ਬਲਕਿ ਪਹਿਲੀ ਵਾਰੀ ਮੈਂ ਜਦੋਂ ਸਾਈਪਰਸ ਆਇਆ ਤੇ ਮੋਸਟਲੀ ਮੈਂ ਟਰਾਂਸਲੇਸ਼ਨ ਹੀ ਕਰਦਾ ਰਿਹਾ ਔਰ ਉਹਦੇ ਨਾਲ ਮੈਨੂੰ ਬਲੈਸਿੰਗ ਬਹੁਤ ਮਿਲੀ। ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਿਆ, ਬਹੁਤ ਸਾਰੇ ਸ਼ਬਦ ਮੈਂ ਸੁਣੇ ਔਰ ਇੱਥੋਂ ਤੱਕ ਕਿ ਜਿਹੜਾ ਦੁਨੀਆ ਦਾ ਬਹੁਤ ਵੱਡਾ ਫੇਮਸ ਪ੍ਰਚਾਰਕ ਹੈ ਬਿਲੀ ਗ੍ਰੈਮ, ਉਹਦਾ ਵੀ ਮੈਂ 3 ਦਿਨ ਟਰਾਂਸਲੇਸ਼ਨ ਕੀਤਾ। ਸੋ ਇਟ ਬਿਕੇਮ ਅ ਬਲੈਸਿੰਗ ਫॉर ਮੀ। ਔਰ ਇਸੇ ਤਰ੍ਹਾਂ ਸ਼ਮੌਨ ਜਿਹੜਾ ਸੀਗਾ, ਜਿਸ ਵੇਲੇ ਉਹ ਸੂਲੀ ਲੈ ਕੇ ਉੱਥੋਂ ਤੱਕ ਪਹੁੰਚ ਗਿਆ ਤੇ ਮੇਰੀ ਇਹ ਇਮੇਜਿਨੇਸ਼ਨ ਕੰਮ ਕਰਦੀ ਆ, ਸੋਚਦਾ ਭਈ ਉਹ ਉੱਥੇ ਖਲੋਤਾ ਰਿਹਾ ਹੋਣਾ, ਹਾਂਜੀ, ਉਹ ਛੱਡ ਕੇ ਨਹੀਂ ਗਿਆ ਹੋਣਾ। ਉਦੋਂ ਤੱਕ ਸ਼ਾਇਦ ਪਵਿੱਤਰ ਆਤਮਾ ਨੇ ਉਹਨੂੰ ਦੱਸ ਦਿੱਤਾ ਹੋਵੇਗਾ ਕਿ ਪ੍ਰਭੂ ਯਿਸੂ ਕੌਣ ਹੈ, ਪ੍ਰਭੂ ਯਿਸੂ ਕੌਣ ਹੈ। ਸੋ ਇਸ ਕਰਕੇ ਉਹ ਉੱਥੇ ਖਲੋਤਾ ਰਿਹਾ, ਉਸਨੇ ਸਭ ਕੁਝ ਸੁਣਿਆ। ਜਿਹੜੇ ਸਾਈਮਨ ਸਿੰਘ 7 ਜਿਹੜੀਆਂ ਗੱਲਾਂ ਪ੍ਰਭੂ ਯਿਸੂ ਨੇ ਸੂਲੀ ਉੱਤੇ ਕਹੀਆਂ, ਸਾਈਮਨ ਨੇ ਉਹ ਵੀ ਸੁਣੀਆਂ। ਸਾਈਮਨ ਨੇ ਉਹਨੂੰ ਆਪਣੀ ਜਾਨ ਦਿੰਦੇ ਦੇਖਿਆ। ਸਾਈਮਨ ਨੇ ਦੇਖਿਆ ਕਿਸ ਤਰ੍ਹਾਂ ਉਹਦੀ ਪਸਲੀ ਦੇ ਵਿੱਚ ਨੇਜ਼ਾ ਮਾਰ ਦਿੱਤਾ ਸੀਗਾ, ਉਹ ਵੀ ਉਹਨੇ ਦੇਖਿਆ। ਸੋ ਜ਼ਰੂਰੀ ਹੈ ਕਿ ਅਸੀਂ ਵੀ ਜਦੋਂ ਵੀ ਮੌਕਾ ਮਿਲੇ ਤੇ ਅਸੀਂ ਪ੍ਰਭੂ ਦੇ ਵਾਸਤੇ, ਉਹਦੀ ਸੇਵਾ ਦੇ ਵਾਸਤੇ ਅਸੀਂ ਇਹ ਕੰਮ ਕਰੀਏ। ਹਾਂਜੀ, ਤੇ ਇਸ ਲਈ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਸੂਲੀ ਚੁੱਕਣੀ ਪੈ ਜਾਵੇ, ਇਹ ਤੁਹਾਨੂੰ ਮਨਜ਼ੂਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸੂਲੀ ਤੁਹਾਨੂੰ ਚੁੱਕਣੀ ਪੈਣੀ ਹੈ ਪ੍ਰਭੂ ਦੀ ਸੇਵਾ ਦੇ ਵਿੱਚ। ਦੂਸਰੀ ਗੱਲ ਇਹ ਹੈ ਕਿ ਅਸੀਂ ਸਿੱਖੀਏ ਸੂਲੀ ਚੁੱਕਣ ਤੋਂ ਅਸੀਂ ਕੀ ਸਿੱਖਦੇ ਹਾਂ, ਕਿਉਂਕਿ ਉਹਦੇ ਨਾਲ ਸਾਡਾ ਕਰੈਕਟਰ, ਸਾਡਾ ਚਰਿੱਤਰ ਬਣਦਾ ਹੈ। ਔਰ ਜੇ ਸੂਲੀ ਤੁਸੀਂ ਆਪਣੀ ਮਰਜ਼ੀ ਨਾਲ ਚੁੱਕ ਲਓਗੇ ਤੇ ਠੀਕ ਆ, ਅਗਰ ਤੁਸੀਂ ਝਗੜਾ ਕਰਕੇ ਚੁੱਕੋਗੇ ਤਾਂ ਫਿਰ ਗੱਲ ਹੋਰ ਆ। ਸੋ ਜਿਹੜੀ ਆਪਣੀ ਆਸ਼ੀਸ਼ ਦੇ ਬਰਕਤ ਦੇ ਵਾਸਤੇ ਜ਼ਰੂਰੀ ਆ ਕਿ ਅਸੀਂ ਖੁਸ਼ੀ ਦੇ ਨਾਲ ਉਹ ਕੰਮ ਕਰੀਏ, ਉਹ ਸੂਲੀ ਚੁੱਕੀਏ ਜਿਹੜੀ ਕਿ ਸਾਨੂੰ ਦਿੱਤੀ ਹੈ। ਔਰ ਜਦੋਂ ਤੁਸੀਂ ਪ੍ਰਭੂ ਦੀ ਸੂਲੀ ਚੁੱਕਦੇ ਹੋ ਤੇ ਮੇਰਾ ਖਿਆਲ ਹੈ ਵੀ ਤੁਹਾਨੂੰ ਉਹਦੇ ਨਾਲ ਇੱਜ਼ਤ ਵੀ ਮਿਲਦੀ ਹੈ। ਔਰ ਹੁਣ ਫਾਈਨਲੀ ਗੱਲ ਨੂੰ ਮੈਂ ਖਤਮ ਕਰਨ ਦੇ ਵਾਸਤੇ ਇਹ ਦੱਸਣਾ ਚਾਹੁੰਦਾ ਕਿ ਜਿਸ ਵੇਲੇ ਸ਼ਮੌਨ ਨੇ ਸੂਲੀ ਚੁੱਕੀ ਤੇ ਜ਼ਰਾ ਧਿਆਨ ਦਿਓ, ਥੋੜਾ ਆਪਣੀ ਇਮੇਜਿਨੇਸ਼ਨ ਇਸਤੇਮਾਲ ਕਰੋ ਕਿ ਉਹਦੇ ਨਾਲ ਕੌਣ ਸੀਗਾ। ਪ੍ਰਭੂ ਯਿਸੂ। ਉਹ ਪ੍ਰਭੂ ਯਿਸੂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ। ਇਨ ਪ੍ਰੈਕਟੀਕਲ ਲਾਈਫ ਸੂਲੀ ਚੁੱਕ ਕੇ ਪ੍ਰਭੂ ਦੇ ਪਿੱਛੇ ਹੀ ਚੱਲਣਾ ਪੈਣਾ। ਔਰ ਉਸ ਵੇਲੇ ਕੀ ਹੋਇਆ, ਇਨਸਾਨ ਔਰ ਪਰਮੇਸ਼ਵਰ ਦਾ ਮੇਲ ਹੋ ਗਿਆ। ਉਹ ਦੋਵੇਂ ਇਕੱਠੇ ਸੀਗੇ, ਇੱਕ ਇਨਸਾਨ ਔਰ ਇੱਕ ਪਰਮੇਸ਼ਵਰ ਦਾ ਮੇਲ ਹੋ ਗਿਆ। ਔਰ ਫਿਰ ਇੱਕ ਪਾਪੀ ਦਾ ਤੇ ਇੱਕ ਮੁਕਤੀ ਦਾਤੇ ਦਾ ਮੇਲ ਹੋ ਗਿਆ ਸੂਲੀ ਦੇ ਉੱਤੇ। ਫਿਰ ਅਸੀਂ ਕੀ ਦੇਖਦੇ ਹਾਂ ਕਿ ਡਿਫਰੈਂਟ ਜਾਤੀਆਂ ਦੇ ਲੋਕੀ ਉੱਥੇ ਇਕੱਠੇ ਹੋ ਗਏ। ਪ੍ਰਭੂ ਯਿਸੂ ਜਿਹੜਾ ਸੀ ਯਹੂਦੀ ਸੀ, ਉਹ ਇਸਰਾਈਲ ਦਾ ਰਹਿਣ ਵਾਲਾ ਸੀ, ਇਹ ਅਫਰੀਕਾ ਦਾ ਸੀ। ਯਾਨੀ ਕਿ ਦੂਸਰੀਆਂ ਜਾਤੀਆਂ ਵੀ ਸੂਲੀ ਦੇ ਉੱਤੇ ਇਕੱਠੀਆਂ ਹੋ ਜਾਂਦੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਅੱਗੇ ਉਹਦੇ ਬੱਚੇ, ਉਹਦੀ ਵਾਈਫ ਦਾ ਵੀ ਜ਼ਿਕਰ ਹੈ ਕਿ ਉਹ ਵੀ ਪ੍ਰਭੂ ਦੇ ਪਿੱਛੇ ਚੱਲ ਪਏ। ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਮੈਂ ਦੇਖਣਾ ਕਿ ਪ੍ਰਭੂ ਯਿਸੂ ਨੇ ਪਹਿਲੇ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਕਦੀ ਇਕੱਲਿਆਂ ਨਹੀਂ ਛੱਡਾਂਗਾ। ਹੁਣ ਜਦੋਂ ਸਾਈਮਨ ਨੇ ਸੂਲੀ ਚੁੱਕ ਲਈ, ਉਹ ਇੱਕ ਮੁਸ਼ਕਲ ਦੇ ਵਿੱਚ ਆ, ਉਹ ਵੀ ਸ਼ਾਇਦ ਥੱਕਿਆ ਹੋਵੇਗਾ, ਉਹਦੇ ਤੇ ਵੀ ਭਾਰ ਪਿਆ, ਲੇਕਿਨ ਧਿਆਨ ਰੱਖੋ ਉਹਦੇ ਨਾਲ ਕੌਣ ਆ? ਪ੍ਰਭੂ ਯਿਸੂ। ਪ੍ਰਭੂ ਯਿਸੂ ਨੇ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਕਦੀ ਇਕੱਲਿਆਂ ਨਹੀਂ ਛੱਡਾਂਗਾ। ਔਰ ਫਿਰ ਜਦੋਂ ਉਹ ਸੂਲੀ ਚੁੱਕ ਕੇ ਜਾਂਦਾ ਸੀ, ਤੇ ਇਹ ਮੇਰਾ ਖਿਆਲ ਆ, ਮੇਰੀ ਇਮੇਜਿਨੇਸ਼ਨ ਆ, ਲੇਕਿਨ ਮੈਂ ਸਮਝਦਾ ਕਿ ਇਹ ਠੀਕ ਆ, ਕਿਉਂਕਿ ਪ੍ਰਭੂ ਯਿਸੂ ਨੂੰ ਮਾਰਿਆ ਗਿਆ ਸੀ, ਕੁੱਟਿਆ ਗਿਆ ਸੀਗਾ, ਉਹਦੇ ਕੋੜੇ ਮਾਰੇ ਗਏ ਸੀ ਤੇ ਪ੍ਰਭੂ ਯਿਸੂ ਦਾ ਖੂਨ ਵਗ ਰਿਹਾ ਸੀ ਉਹਦੇ ਸਰੀਰ ਤੋਂ, ਉਹਦੇ ਸਿਰ ਤੋਂ, ਹਰ ਜਗ੍ਹਾ। ਔਰ ਜਿਹੜਾ ਖੂਨ ਸੀਗਾ ਉਹ ਪ੍ਰਭੂ ਯਿਸੂ ਦਾ ਖੂਨ, ਉਹ ਸੂਲੀ ਦੀ ਲੱਕੜ ਦੀ ਸੂਲੀ ਉਤੇ
ਲੱਗ ਚੁੱਕਿਆ ਸੀ, ਲੱਗਿਆ ਹੋਇਆ ਸੀ। ਤੇ ਧਿਆਨ ਦਿਓ, ਉਹੀ ਖੂਨ ਸ਼ਮਾਉਨ ਦੇ ਸਰੀਰ ਦੇ ਉੱਤੇ ਵੀ ਲੱਗ ਗਿਆ। ਕੀ ਹੋਇਆ ਹੋਵੇਗਾ? ਉਹ ਪਵਿੱਤਰ ਬੇਸ਼ਕੀਮਤੀ ਖੂਨ ਜਦੋਂ ਸ਼ਮਾਉਨ ਦੇ ਸਰੀਰ ਤੇ ਲੱਗਾ। ਬਾਈਬਲ ਦੇ ਵਿੱਚ ਇੱਕ ਦੂਸਰੇ ਰਾਜਿਆਂ ਦੀ ਪੋਥੀ ਦੇ ਵਿੱਚ ਇੱਕ ਕਹਾਣੀ ਆ, ਜਦੋਂ ਕਿ ਇੱਕ ਮੁਰਦਾ ਆਦਮੀ ਨੂੰ ਕਬਰ ਦੇ ਵਿੱਚ ਸੁੱਟਿਆ ਤੇ ਉੱਥੇ ਕੀ ਹੋਇਆ ਕਿ ਉਹ, ਚਲੋ ਅਸੀਂ ਪੜ੍ਹ ਹੀ ਲੈਂਦੇ ਹਾਂ, ਮੈਂ ਸੋਚਦਾ ਵੀ ਚੰਗੀ ਗੱਲ ਹੈ। ਥੈਂਕ ਯੂ। ਲੈਟ ਮੀ ਜਸਟ ਫਾਈਂਡ ਆਊਟ। ਰਾਜਿਆਂ ਦੀ, ਦੂਸਰੇ ਰਾਜਿਆਂ ਦੀ ਪੋਥੀ, ਦੂਸਰੇ, ਹਾਂਜੀ ਹਾਂ, 13 ਚੈਪਟਰ ਦੀ 21 ਵਰਸ ਦੇ ਵਿੱਚ ਲਿਖਿਆ ਹੋਇਆ, ਪ੍ਰੇਜ਼ ਗॉड। ਅਤੇ ਇਉਂ ਹੋਇਆ ਕਿ ਜਦ ਉਹ ਇੱਕ ਮਨੁੱਖ ਨੂੰ ਦੱਬਣ ਨੂੰ ਹੀ ਸਨ, ਤਾਂ ਦੇਖੋ ਉਹਨਾਂ ਦੇ ਇੱਕ ਜੱਥਾ ਡਿੱਠਾ। ਉਹ ਉਹਨਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੇ ਕਬਰ ਵਿੱਚ ਸੁੱਟ ਦਿੱਤਾ। ਅਲੀਸ਼ਾ ਨਬੀ ਸੀਗਾ, ਉਹਦੀ ਕਬਰ ਦੇ ਵਿੱਚ ਸੁੱਟ ਦਿੱਤਾ। ਅਲੀਸ਼ਾ ਮਰਿਆ ਹੋਇਆ ਸੀ, ਉਹਦੇ 'ਚ ਕੋਈ ਜਾਨ ਨਹੀਂ ਸੀ। ਅੱਗੇ ਲਿਖਿਆ ਦਾ, ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ। ਅਤੇ ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ ਤਾਂ ਉਹ ਟਹਿਕ ਪਿਆ ਅਤੇ ਆਪਣੇ ਪੈਰਾਂ ਉੱਤੇ ਖੜਾ ਹੋ ਗਿਆ। ਦੇਖੋ, ਇੱਕ ਨਬੀ ਦੀਆਂ ਮਰੀਆਂ ਹੋਈਆਂ, ਸੁੱਕੀਆਂ ਹੋਈਆਂ ਹੱਡੀਆਂ ਨੂੰ ਇੱਕ ਮੁਰਦਾ ਛੂੰਹਦਾ ਤੇ ਜ਼ਿੰਦਾ ਹੋ ਜਾਂਦਾ। ਹਾਲੇਲੂਇਆ। ਪ੍ਰਭੂ ਯਿਸੂ ਦੇ ਪਵਿੱਤਰ ਖੂਨ ਨੂੰ, ਬੇਕੀਮਤੀ ਖੂਨ ਨੂੰ ਛੂਹਣ ਦੇ ਨਾਲ ਕੀ ਹੋ ਸਕਦਾ ਹੈ ਸ਼ਮੂਏਲ ਦੀ ਸਰੀਰ ਦੇ ਵਿੱਚ, ਉਹਦੀ ਜ਼ਿੰਦਗੀ ਦੇ ਵਿੱਚ। ਔਰ ਫਾਈਨਲੀ ਸ਼ਮਾਉਨ ਦਾ ਜੇ ਵੀ ਕੋਈ ਮਸ਼ਹੂਰੀ ਆ, ਕੋਈ ਕਲੇਮ ਆ, ਤਾਂ ਇਹ ਆ ਕਿ ਉਹਨੇ ਸੂਲੀ ਚੁੱਕੀ ਸੀ। ਔਰ ਉਹਦਾ ਨਾਂ ਜਿਹੜਾ ਆ, ਅੱਜ ਤੱਕ ਦੁਨੀਆ ਦੀ ਹਿਸਟਰੀ ਦੇ ਵਿੱਚ ਜਿੱਥੇ ਜਿੱਥੇ ਵੀ ਪ੍ਰਭੂ ਯਿਸੂ ਦੀ ਸੂਲੀ ਦਾ ਜ਼ਿਕਰ ਆਏਗਾ, ਸ਼ਮਾਉਨ ਦਾ ਜ਼ਿਕਰ ਆਏਗਾ। ਸ਼ਮਾਉਨ ਇਸ ਗੱਲ ਦੇ ਵਾਸਤੇ ਮਸ਼ਹੂਰ ਸੀ ਕਿ ਉਹਨੇ ਪ੍ਰਭੂ ਦੀ ਸੂਲੀ ਚੁੱਕੀ। ਹੁਣ ਸਵਾਲ ਇਹ ਆ ਕਿ ਤੁਸੀਂ ਕਾਹਦੇ ਲਈ ਮਸ਼ਹੂਰ ਹੋ? ਮੈਂ ਕਾਹਦੇ ਲਈ ਮਸ਼ਹੂਰ ਹਾਂ? ਜ਼ਰੂਰਤ ਹੈ ਕਿ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਕੀ ਕਰ ਰਹੇ ਹਾਂ ਔਰ ਅਸੀਂ ਪ੍ਰਭੂ ਦੇ ਵਾਸਤੇ ਕੀ ਕਰ ਰਹੇ ਹਾਂ। ਅਗਰ ਲੋੜ ਪਈ ਤਾਂ ਸੂਲੀ ਚੁੱਕਾਂਗੇ। ਹਾਲੇਲੂਇਆ। ਆਓ ਪ੍ਰਾਰਥਨਾ ਕਰੀਏ। ਥੈਂਕ ਯੂ ਲਾਰਡ। ਪ੍ਰਭੂ ਜੀ, ਤੇਰਾ ਧੰਨਵਾਦ ਕਰਦੇ ਹਾਂ ਜਲਾਲੀ